सारे जथेबंदियां नूं रिटन के तौर पर ਉਹਦਾ ਅਸੀਂ ਅੱਜ ਸਰਬਸੰਮਤੀ ਨਾਲ फैसला किया भी ਅਸੀਂ ਉਹ ਗੱਲਬਾਤ ਤੋਂ कभी भी नहीं भजे जथेबंदियां ਤੇ ਕੱਲ भी ਅਸੀਂ ਜਾਵਾਂਗੇ ਤੇ ਉਹਨਾਂ ਨਾਲ ਗੱਲਬਾਤ ਟੇਬਲ ਤੇ ਇਹੀ ਰੱਖਾਂਗੇ कि भी ਸਾਡੇ ਜਿਹੜੇ 3 ਕਾਨੂੰਨ ਨੇ ਜਿਨ੍ਹਾਂ ਤੋਂ 45 दिन तो ਉੱਪਰ ਹੋ ਚੱਲੇ ਜਥੇਬੰਦੀਆਂ ਲੜਾਈ ਲੜ ਰਹੀਆਂ ਨੇ ਵੀ ਇਹ ਵਾਪਸ ਕੀਤੇ ਜਾਣ, ਇਹ ਰੱਦ ਕੀਤੇ ਜਾਣ। ਇਹਦੇ ਨਾਲ ਹੀ ਜਿਹੜਾ ਅੰਦੋਲਨ ਸਾਡੇ ਚੱਲ ਰਿਹਾ ਉਹ ਜਿਉਂ ਦੇ ਤਿਉਂ ਚੱਲਦਾ ਰਹੂਗਾ। ਗੱਡੀਆਂ ਚਲਾਉਣ ਬਾਰੇ ਵੀ ਕੱਲ ਨੂੰ रेलवे मंत्री भी उत्थे बैठणगे साडी मीटिंग च, उन्हां नूं भी कहांगे भी गड्डियां चलाईयां जाण, माल गड्डियां जिहड़ियां कि ऐ लग रहा जिवें पंजाब नाल धक्का करके रुकियां होईयां ने। ते 26-27 नूं जिहड़ा ऑल इंडिया च असीं फैसला कीता होया पंजाब दीयां सारे जथेबंदियां ट्रैक्टर ट्राली ते दिल्ली दा घराव करनगियां, ਉਹ ਵਿਰੋਧਬੰਦੀ बन चुकी है। कल जे कोई गल साडी नहीं निबड़दी ਉਹ ਸਾਡਾ ਜਿਉਂਦਾ ਤੋਂ 26-27 ਜਿਹੜੀ ਤਰੀਕ ਕਹੀ ਹੋਈ ਆ, ਹਜ਼ਾਰਾਂ ਟਰੈਕਟਰ ਟਰਾਲੀ ਲੱਖਾਂ ਚ ਕਿਸਾਨ ਆਪਣਾ ਰਾਸ਼ਨ ਨਾਲ ਲੈ ਕੇ ਟਰੈਕਟਰ ਟਰਾਲੀਆਂ 'ਚ ਤੰਬੂ ਲਾ ਕੇ ਪੱਕੇ ਤੌਰ ਤੇ ਦਿੱਲੀ ਘੇਰਨ ਤੱਕ ਜਾਣਗੇ। ਜਦ ਤੱਕ ਇਹ ਤਿੰਨੇ ਕਾਨੂੰਨ ਵਾਪਸ ਨਹੀਂ ਲਏ ਜਾਂਦੇ, ਜਦ ਤੱਕ ਸੰਘਰਸ਼ ਉੱਥੇ ਲੜਿਆ ਜਾਊਗਾ। ਜਿਹੜੀ ਮੀਟਿੰਗ 'ਚ ਅੱਜ ਚਰਚਾ ਹੋਈ ਉਹ ਇਸ ਗੱਲ ਤੇ ਹੀ ਹੋਈ ਆ ਵੀ ਜਿਹੜੇ 3 ਕਾਨੂੰਨ ਪਹਿਲਾਂ ਵੀ ਅਸੀਂ 14 ਤਰੀਕ ਨੂੰ ਜਦੋਂ ਗਏ ਸੀ ਉਦੋਂ ਮੰਗ ਪੱਤਰ ਰੱਖਿਆ ਸੀ, ਉਹਦੇ 'ਚ ਕੋਈ ਅਮੈਂਡਮੈਂਟ ਅਸੀਂ ਕਰਨਾ ਚਾਹੁੰਦੇ ਆ। ਕੁਝ ਰਲੀਆਂ ਨਾਲ ਸਰਕਾਰ ਵੱਲੋਂ ਜਿਹੜੀਆਂ ਨਵੇਂ ਤੋਂ ਨਵੇਂ ਆਰਡੀਨੈਂਸ ਜਾਰੀ ਕਰਕੇ ਸਾਡੇ ਤੇ ਧੱਕਾ ਕੀਤਾ ਗਿਆ ਉਹਦੀਆਂ ਅਸੀਂ ਨਾਲ ਅਮੈਂਡਮੈਂਟ ਜੋੜਨਾ ਚਾਹੁੰਦੇ ਆ ਮੰਗਾਂ 'ਚ। ਜਿਵੇਂ ਕਿ ਪਰਾਲੀ ਦੇ ਉੱਤੇ ਆਇਆ ਸੀ ਵੀ 1 ਕਰੋੜ ਰੁਪਏ ਦਾ ਜੁਰਮਾਨਾ ਉਹ ਜੋੜੇ ਜਾਣਗੇ। ਜਿਹੜੇ ਬੁੱਧੀਜੀਵੀਆਂ ਨੂੰ ਧਮਕਾਇਆ ਜਾ ਰਿਹਾ ਤੇ ਬੁੱਧੀਜੀਵੀਆਂ ਨੂੰ ਜਿਹੜਾ ਫੜਿਆ ਜਾ ਰਿਹਾ ਉਹਨਾਂ ਨੂੰ ਛਡਾਉਣ ਤੇ ਇਸ ਸੰਘਰਸ਼ ਬਰਾਬਰ ਲੜਿਆ ਜਾਊਗਾ। ਉਹ ਮੰਗਾਂ ਦੇ ਤੌਰ ਤੇ ਉੱਥੇ ਦੱਸਿਆ ਜਾਊਗਾ। ਤੇ ਜਿਹੜੀਆਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਵੀ ਸਮਾਜ ਪੰਜਾਬ ਦਾ ਆਊਗਾ ਉਹ ਸਰਕਾਰ ਦੀ ਜ਼ਿੰਮੇਵਾਰੀ ਹੋਊਗੀ। ਤੇ ਜੇ ਉੱਥੇ ਸਰਕਾਰ ਆਪਣੀ ਮਨਸ਼ਾ ਦੇ ਹਿਸਾਬ ਨਾਲ ਸਾਡੀ ਮਨਸ਼ਾ ਦੇ ਹਿਸਾਬ ਨਾਲ ਗੱਲ ਕਰਦੀ ਆ ਤਾਂ ਉਹਦਾ ਫੈਸਲਾ 18 ਤਰੀਕ ਨੂੰ ਮੀਟਿੰਗ ਰੱਖੀ ਹੋਈ ਆ, ਉਹਦੇ 'ਚ ਫੈਸਲਾ ਕੀਤਾ ਜਾਊਗਾ ਵੀ ਅਗਲੀ ਰਣਨੀਤੀ ਕੀ ਹੋਊਗੀ। ਅੱਜ ਅਸੀਂ 26-27 ਤਰੀਕ ਤੇ ਰਹਿਣਾ ਤੇ ਸਾਡੀਆਂ ਤਿਆਰੀਆਂ ਟਰੈਕਟਰ ਟਰਾਲੀਆਂ ਨਾਲ ਲੱਖਾਂ ਕਿਸਾਨ ਲੈ ਕੇ ਜਾਣ ਦੀ ਹੈਗੀ ਹੈ। ਸਾਡੀ ਮੰਗ ਇਹ ਹੈ ਵੀ ਕੇਂਦਰੀ ਖੇਤੀ ਕਾਨੂੰਨ ਰੱਦ ਕੀਤਾ ਜਾਵੇ। ਕੱਲ ਖੇਤੀ ਮੰਤਰੀ ਤੇ ਰੇਲ ਮੰਤਰੀ ਦੀ ਮੀਟਿੰਗ ਆ ਤੁਹਾਡੇ ਨਾਲ, ਇਹ ਤਕਰੀਬਨ ਕਲੀਅਰ ਹੈ ਵੀ ਉਹ ਦੋਨਾਂ ਕੋਲ ਕੋਈ ਅਧਿਕਾਰ ਨਹੀਂ ਹੋਊਗਾ ਖੇਤੀ ਕਾਨੂੰਨ ਰੱਦ ਕਰਨ ਦਾ। ਤੁਹਾਨੂੰ ਕਹਿ ਦਿੰਦਾ ਤੁਸੀਂ ਕਿੱਥੋਂ ਤੱਕ ਸੋਚਿਆ ਵੀ ਤੁਹਾਨੂੰ ਉਹ ਭਰੋਸਾ ਦੇਣਗੇ ਤੇ ਤੁਸੀਂ ਆਪਣੇ ਅੰਦੋਲਨ ਨੂੰ ਕਿਤੇ ਰੋਕ ਲਓ। ਇੰਨਾ ਆਪਾਂ ਸਾਰੇ ਇੱਥੇ ਜਾਣਦੇ ਆ, ਜਥੇਬੰਦੀਆਂ ਵੀ ਜਾਣਦੀਆਂ, ਅੱਜ ਵਿਚਾਰ ਵੀ ਹੋਇਆ ਵੀ ਇੱਕ ਮੀਟਿੰਗ 'ਚ ਕਿਤੇ ਇਹ ਰੱਦ ਕਰਨ ਤੱਕ ਨਹੀਂ ਗੱਲ ਪਹੁੰਚ ਸਕਦੀ। ਪ੍ਰਾਇਮਰੀ ਮੀਟਿੰਗ ਇਹਨੂੰ ਆਪਾਂ ਕਹਿ ਸਕਦੇ ਆ। ਸਾਡੀ ਸ਼ਰਤ ਸੀ ਵੀ ਉਹ ਘੱਟੋ ਘੱਟ ਉਹ ਸ਼ਖਸ ਬੈਠਣ ਮੰਤਰੀ ਲੈਵਲ ਦੇ ਜਿਹੜੀਆਂ ਪਾਰਲੀਮੈਂਟ 'ਚ ਬੈਠਦੇ ਨੇ ਕਾਨੂੰਨ ਬਣਾਉਂਦੇ ਨੇ ਉਹੀ ਲਾ ਸਕਦੇ ਨੇ। ਜਿਵੇਂ ਕਿ ਰਾਜਨਾਥ ਸਿੰਘ ਨੇ ਪਹਿਲਾਂ ਗੱਲ ਕੀਤੀ ਸੀ ਵੀ ਸਾਡੇ ਕੋਲ ਆਉਣਾ ਉਹਨਾਂ ਨੇ, ਪਰ ਲੈਟਰ ਜਿਹੜਾ ਆਇਆ ਉਹ 2 ਮੰਤਰੀਆਂ ਦਾ ਵੱਖਰਿਆਂ ਦਾ ਆਇਆ, ਐਗਰੀਕਲਚਰ ਮੰਤਰੀ ਦਾ ਤੇ ਰੇਲ ਮੰਤਰੀ ਦਾ। ਅਸੀਂ ਤਾਂ ਵੀ ਸਵੀਕਾਰ ਕਰ ਲਿਆ ਵੀ ਜੋ ਵੀ ਮੰਤਰੀ ਨਾਲ ਗੱਲ ਕਰਾਂਗੇ ਘੱਟੋ ਘੱਟ ਅਸੀਂ ਆਵਾਜ਼ ਆਪਣੀ ਉੱਥੇ ਤੱਕ ਪਹੁੰਚਾਉਣ 'ਚ ਸਫਲ ਹੋਵਾਂਗੇ ਤੇ ਉਹਨਾਂ ਨਾਲ ਆਪਣੀ ਰਾਏ ਰੱਖ ਕੇ ਜਾਵਾਂਗੇ ਵੀ ਤੁਹਾਡੇ ਕਾਨੂੰਨ ਕਿਹੜੀ ਗੱਲੋਂ ਇਹ ਗਲਤ ਨੇ। ਇੱਕ ਕਾਨੂੰਨ ਜਿਹੜਾ ਦੱਸਿਆ ਜਾਊਗਾ ਜਿਹੜਾ ਸੈਂਟਰ ਸਰਕਾਰ ਨੇ ਸਟੇਟ ਦੇ ਹੱਕ ਖੋਏ ਨੇ ਕਾਨੂੰਨ ਬਣਾਉਣ ਦੇ ਵਿੱਚ, ਉਹ ਤੇ ਵਿਚਾਰ ਦਿੱਤੇ ਜਾਣਗੇ। ਜੇ ਭਾਈ ਜੀ ਜੇ ਉਹ ਇਹ ਫੈਸਲਾ ਤੁਹਾਨੂੰ ਲੱਗਦਾ ਕਿ ਨਰਿੰਦਰ ਮੋਦੀ ਦਾ ਜਿਵੇਂ ਬਿਆਨ ਆ ਰਿਹਾ आज की जो मीटिंग यहाँ हुई है 30 जथेबंदियों की मीटिंग का इकट्ठ में फैसला हो गया है भी दिल्ली की कल मीटिंग जो बुलाई गई है 13 तारीख को, वो हम जाएंगे किसान और अपनी बात वहाँ जाके रखेंगे। क्योंकि पिछली बार उन्होंने वादा कर भी मिनिस्टर की लेवल नहीं बैठाए थे, ऐसी चिट्ठी भेजकर बताया है भी 2 मिनिस्टर रेलवे मिनिस्टर और एग्रीकल्चर मिनिस्टर हमारे साथ मीटिंग करेंगे। हम अपनी बात रखने के लिए तैयार हैं और टेबल से कभी भी जथेबंदी भागी नहीं बात करने में, टेबल पर ही बात मुक्ति है। पर
सरकार बहुत लेट हो रही है, 45 दिन हो गए कम से कम ये संघर्ष लड़ते को। सरकार अपनी कमियां छुपाने के लिए इसको संघर्ष को कभी सियासी रूप दे रही है और क्या कभी कभी कोई और बात कर रही है। 26 तारीख का जो आपका दिल्ली मार्च का, उसकी क्या रूपरेखा रहेगी? 26 तारीख को जो दिल्ली मार्च करना है वो पूरे भारत में जथेबंदी करेंगी, कम से कम 300 या 350 जथेबंदी उसमें हिस्सा लेंगी और पूरा दिल्ली का घेराव कर दिल्ली को घेरा जाएगा। उसमें पंजाब की तरफ से हजारों ट्रैक्टर और लाखें किसान वहां पहुंचकर अपनी इस संघर्ष में साथ देंगे। अगर आपको जाने नहीं दिया जाता, रोक दिया जाता है तो क्या रहेगा? जहां भी रोका जाएगा दिल्ली जाम किया जाएगा। जहां जहां से भारत में कहां से भी किसानों की आ चुकी है, घर से निकलकर जहां से भी रोका जाएगा वहीं सड़कें जाम की जाएंगी। दिवाली कैसे रहने वाली किसानों की? दिवाली हम मशाल जलाकर जहां जहां हमारी एजुटेशन चल रही है वहां मशाल मार्च कर हम दिवाली मनाएंगे। अगर कल आपकी मीटिंग सफल नहीं हो पाती तो आपका क्या रुख रहेगा? कल की बात 18 तारीख को किसान भवन में, अगर कल भी बाद में नहीं सफल होती तो 18 तारीख को स्पेशल मीटिंग यहाँ रखी गई है, उसका बाद फैसला किया जाएगा अगली रणनीति क्या होगी। और ये जो रेल रोको का जो आंदोलन चल रहा है इसका आपका क्या? ये रेल आंदोलन जैसे चल रहा है, पहले हम लाइनों पर बैठे थे, फिर प्लेटफॉर्म में, अब पार्कों में है। ये ज्यों दे तो माल रोके हुए हैं, वो ज्यों दे तो जो टूल प्लाजा ओपन किए हैं वैसे थे वैसे चल रहा रहेगा और चलता रहेगा। पंजाब की दिवाली कैसे होगी? मशाल जलाकर जाएंगे जी। अच्छा सर ये बताइए कि किसानों के पूरे पंजाब में जगह जगह पराली जलाने की घटनाएं आ रही है, तो इसमें किसानों आंदोलन का जो मुख्य है वो क्या है? किस तरह से पंजाब की पराली? ये तो बहुत गंभीर मामला है। कोई किसान खुशी से अपनी पराली नहीं जलाता, ये मजबूरी में जला रहे हैं। उसको अंदर खपत करने में कम से कम 6,000 से 7,000 खर्चा आता है। सरकारों ने के ऊपर सुप्रीम कोर्ट ने, हमारी जथेबंदी ने भी सुप्रीम कोर्ट में केस जीता हुआ है। 6/11/2019 में सुप्रीम कोर्ट का फैसला है भी कम से कम 100 रुपये क्विंटल या 25 रुपये एकड़ दिया जाए। किसान ने अभी तक किसी किसान को कोई सहायता नहीं दी, तो जब तक सहायता नहीं देंगे जब तक ये काम रहेगा। ग्रीन ट्रिब्यूनल ने जब भी ये लॉ बनाया था उसमें बताया गया था 2.5 एकड़ के नॉर्म्स रखे गए थे, फ्री में उसकी पराली का इंतजाम हो। 5 एकड़ वाले को 5,000 दो, उसके ऊपर 15,000 रुपया उसको पराली का संभालने का दो। अगर वो किसान इतना लाभ लेकर फिर जलाएगा, फिर उसमें जुर्माना रखा था। ये जुर्माने की रकम अपनी याद कर रहे हैं, जो सरकार ने अपनी मदद देनी थी वो अपनी याद नहीं कर रहे हैं।